ਅੰਮ੍ਰਿਤ ਬਚਨ ਅੰਮ੍ਰਿਤਮਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਨਾਂ ਦੇ ਦਰਜ ਪਾਵਨ ਸ਼ਲੋਕ, ਜਿਨ੍ਹਾਂ ਸ਼ਲੋਕਾਂ ਦੀ ਵਿਚਾਰ ਆਪ ਇਹਨਾਂ ਦੀਵਾਨਾਂ ਵਿੱਚ ਸਰਵਣ ਕਰ ਰਹੇ ਹੋ। ਵਿਚਾਰ ਅਧੀਨ 26 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ रो न जाने सिर भी मिट्टी खाए। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਜੇ ਸਭ ਤੋਂ ਸੌਖੀ ਬਾਣੀ ਸਮਝ ਆਉਣ ਵਾਲੀ ਹੈ ਤੇ ਉਹ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਹੈ। ਤੇ ਜੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਆਮਦ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਬਾਬਾ ਫਰੀਦ ਸਾਹਿਬ ਜੀ ਦੀ ਆਮਦ ਜਿਹੜੀ ਹੈ ਜਨਮ 11ਵੀਂ ਸਦੀ ਦਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ 14ਵੀਂ ਸਦੀ ਦਾ ਹੈ। ਅਸੀਂ ਇਸ ਗੱਲ ਨੂੰ ਸਹਿਜੇ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਮਦ ਤੋਂ ਪਹਿਲਾਂ ਜਿਹੜੀ ਅਸੀਂ ਆਮ ਬੋਲੀ ਵਰਤੋਂ ਦੇ ਵਿੱਚ ਲਿਆਉਂਦੇ ਹਾਂ, ਉਹਦਾ ਪ੍ਰਸਾਰ ਕਿੰਨਾ ਕੁ ਸੀ ਸਾਡੇ ਸਮਾਜ ਦੇ ਅੰਦਰ। ਹਾਲਾਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਹਨੂੰ ਬਾਅਦ ਵਿੱਚ ਨਾਮ ਦਿੱਤਾ ਹੈ ਗੁਰਮੁਖੀ ਲਿਪੀ, ਪਰ ਇਸ ਤੋਂ ਪਹਿਲਾਂ ਇਹ ਜਿਹੜੀ ਭਾਸ਼ਾ ਹੈ ਉਹ ਪ੍ਰਾਕ੍ਰਿਤਿਕ ਰੂਪ ਵਿੱਚ ਇਸ ਸਮਾਜ ਤੇ ਸੰਸਾਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਖਿੱਤੇ ਵਿੱਚ ਬੋਲੀ ਜਾਂਦੀ ਸੀ। ਔਰ ਬਾਬਾ ਫਰੀਦ ਸਾਹਿਬ ਜੀ ਦੇ ਇਹ ਸ਼ਲੋਕ ਪੜ੍ਹਿਆ ਸੁਭਾਵਿਕ ਹੀ ਸਮਝ ਆਉਂਦੀ ਵੀ ਉਹਨਾਂ ਦੀ ਬੋਲੀ ਜਿਹੜੀ ਅਸੀਂ ਅਜੋਕੇ ਸਮੇਂ ਵਿੱਚ ਪੰਜਾਬੀ ਬੋਲਦੇ ਹਾਂ ਉਸ ਨਾਲ ਕਿੰਨਾ ਮੇਲ ਖਾਂਦੀ ਹੈ। ਇਸ ਪਾਵਨ ਸ਼ਲੋਕ ਵਿੱਚ ਬਾਬਾ ਜੀ ਨੇ ਸ਼ਬਦ ਵਰਤੇ ਹੈ, ਫਰੀਦਾ ਮੈਂ ਭੁਲਾਵਾ ਪੱਗ ਦਾ। ਪਹਿਲਾਂ ਸ਼ਲੋਕ ਦੇ ਆਪਾਂ ਸ਼ਬਦੀ ਅਰਥ ਸਮਝ ਲਈਏ। ਭੁਲਾਵਾ ਦਾ ਅਰਥ ਹੈ ਭੁਲੇਖਾ, ਜਾਂ ਇਹਨੂੰ ਹੋਰ ਸੌਖਾ ਕਰ ਲਈਏ ਤੇ ਵਹਿਮ। ਤੇ ਜੇ ਇਹਨੂੰ ਅਸੀਂ ਆਪਣੀ ਭਾਸ਼ਾ ਵਿੱਚ ਸਮਝਣਾ ਹੋਵੇ ਤੇ ਭਰਮ। ਤਿੰਨ ਸ਼ਬਦ ਮੈਂ ਵਰਤੇ ਨੇ। ਇੱਕ ਭੁਲੇਖਾ, ਜੋ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਮੈਂ ਭੁਲਾਵਾ। ਭੁਲਾਵਾ ਦਾ ਮੀਨਿੰਗ ਹੈ ਭੁਲੇਖਾ, ਵਹਿਮ ਜਾਂ ਭਰਮ। ਦੂਸਰਾ ਸ਼ਬਦ ਉਹਨਾਂ ਵਰਤੇ ਪੱਗ। ਪੱਗ ਸ਼ਬਦ ਬਾਣੀ ਦੇ ਵਿੱਚ ਦੋ ਅਰਥ ਰੱਖਦਾ ਹੈ। ਇੱਕ ਪੱਗ ਸ਼ਬਦ ਆਇਆ ਪੈਰਾਂ ਦੇ, ਇੱਥੇ ਪੱਗ ਸ਼ਬਦ ਦਾ ਅਰਥ ਹੈ ਦਸਤਾਰ, ਸਿਰ ਤੇ ਸਜਾਈ ਹੋਈ ਦਸਤਾਰ। ਬਾਬਾ ਜੀ ਕਹਿੰਦੇ ਨੇ ਮੈਨੂੰ ਭੁਲੇਖਾ ਇਸ ਗੱਲ ਦਾ ਹੈ, ਭਰਮ ਇਸ ਗੱਲ ਦਾ ਹੈ ਕਿ ਜਿਹੜੀ ਮੈਂ ਪੱਗ ਆਪਣੇ ਸਿਰ ਤੇ ਬੰਨੀ ਹੈ, ਜਿਹੜੀ ਮੈਂ ਦਸਤਾਰ ਆਪਣੇ ਸਿਰ ਤੇ ਬੰਨੀ ਹੈ, ਕਿਤੇ ਇਹ ਮੈਲੀ ਨਾ ਹੋ ਜਾਏ। ਦੇਖੋ ਕੱਪੜੇ ਤਨ ਤੇ ਪਾਏ ਹੋਣ, ਹਰ ਇੱਕ ਬੰਦਾ ਯਤਨ ਕਰਦਾ ਕਿ ਪਾਏ ਹੋਏ ਕੱਪੜੇ ਵਸਤਰ ਕਿਤੇ ਮੈਲੇ ਨਾ ਹੋ ਜਾਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਪ੍ਰਕਰਨ ਇਸ ਪਾਵਨ ਸ਼ਲੋਕ ਵਿੱਚ ਦਿੱਤਾ ਹੈ, ਪਹਿਲੋਂ ਉਸ ਪ੍ਰਕਰਨ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਬਾਬਾ ਜੀ ਕਹਿੰਦੇ ਨੇ ਮੈਨੂੰ ਭੁਲੇਖਾ ਹੈ, ਭਰਮ ਹੈ, ਵਹਿਮ ਹੈ, ਕਿਤੇ ਮੇਰੇ ਸਿਰ ਤੇ ਬੱਧੀ ਹੋਈ ਦਸਤਾਰ ਮੈਲੀ ਨਾ ਹੋ ਜਾਏ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਮਤ ਸ਼ਬਦ ਦਾ ਇੱਥੇ ਮਤਲਬ ਆ ਮਤ ਨਹੀਂ, ਮਾਈਂਡ ਨਹੀਂ ਹੈ। ਮਤ ਦੇ ਤੱਤੇ ਨੂੰ ਔਂਕੜੇ, ਮਤ ਦਾ ਮਤਲਬ ਹੈ ਮਤਾਂ। ਮਤਾਂ ਜਦੋਂ ਕੋਈ ਸੰਭਾਵਨਾ ਕਿਸੇ ਚੀਜ਼ ਵਿੱਚੋਂ ਪੈਦਾ ਹੋਵੇ ਤੇ ਸ਼ਬਦ ਵਰਤਿਆ ਜਾਂਦਾ ਹੈ।
भी मैं ये सोचता सा भी मतां ये ना हो जाए। साहब जी कहते ने मतां किते मेरी ये पग मैली ना हो जाए, मैनू इस गल का भुलेखा, इस गल का वैर, इस गल का भरम सी। पर बाबा जी कहते ने गहला रूह ना जाने, गहला दे आखिरी अर्थ ने बेपरवाह। यह होर बाणी दे विचों समझिए ते इहदा मतलब है कमला मन। बाणी विच ये शब्द गुरु तेग बहादुर साहब जी ने बहुत वरते है। बाबा जी कहते ने गहला रूह ना जानी, रूह का मतलब है अंदर की आत्मा, जिंद। इस जिंद नूं पता ही कोई नहीं, क्योंकि जिन्नी सुचेतता है, जिन्ना कुछ बंदा अपने ना अखां नाल वेखदा है, वो साडा जिहड़ा सुचेत मन है जो इस वेले जागदा है। ध्यान देना, मनुखी मन के दो मनां दा जिक्र है, एक कॉन्शियस ते एक अनकॉन्शियस, एक सुचेत मन ते दूजा अचेत मन। सुचेत मन होए जो कुछ असीं हुण वेख रहे हैं, असीं तक रहे हैं, जो साडे सामने घटनाक्रम घटदा पिया है, असीं उस चीज़ नूं वेख रहे हैं, ये साडा सुचेत मन है। ते जो कुछ साडा वेखिया होया फिर साडे जीवन दे अंदर किसी शरीर दे अंग दे अंदर कह लो सी उन्होंने माइंड कहते हैं, मस्तिष्क साडी मत, जो कुछ अंदर फीड हो जाता है देखिया होया उन्होंने कहा जाता है अवचेतन मन, अनकॉन्शियस मन। बाबा जी कहते हैं मतां किते मेरे तन ते शरीर ते बची पग बैली ना हो जाए, पर इस कमली रूह नूं इस गल का पता ही कोई नहीं, इस जिंद नूं इस गल का पता ही कोई नहीं। गहला रूह ना जाने, सिर भी मिट्टी खाए, भी आ जिहड़ी मिट्टी है ना, जिस मिट्टी तो तू डर रहा है भी किते पग ना मैली हो जाए। पग तो मतलब लेना है कपड़े ना। वैसे शब्द पग इस करके वरते बाबा जी ने, क्योंकि जिहड़ी दस्तार है, असी अज के समय में अपने बच्चों से बड़ा जोर पाने भी तुसी दस्तार की संभाल करो, दस्तार सिर ते बनो। पर आद काल तो लैके असी जो पुराना समा भी वेखने उस वेले तो लैके इस पग का सिर ते सजाया जाना ये बड़ी वड्डी महानता सी। खास करके जो धन गुरु हरगोबिंद साहब जी ने कृपा की, पीरी ते पीरी दियां दो तलवारां धारण कीतियां ते साहब ने अपने सिखां लई हुक्म कर दिता कंपलसरी भी हुण जिहड़ा भी गुरु का सिख है वो अपने सिर ते दस्तार सजाएगा ते अपने कोल शस्त्र रखेगा। ये गुरु हरगोबिंद साहब जी ने कंपलसरी कर दिता सी, क्योंकि इस तो पहला दस्तार जिहड़ी है वो या ते बादशाह अपने सिर ते सजा सकते सन, या वो कोई धर्मी पुरख, पर उन्हां दी बनावट वक्खो वखरी सी। ध्यान देना, बादशाह की सजाई हुई पग, उनकी दस्तार, उनकी बनावट होर, ते एक जिहड़ा धर्मी पुरख है जो वो अपने शरीर के सिर ते दस्तार बनदा उनकी बनावट होर। पर सच है कि गुरु हरगोबिंद साहब जी ने इस चीज़ को कंपलसरी किया, क्योंकि गुरु हरगोबिंद साहब जी चाहते सन मेरा हर सिख बादशाहां दे तुल है, बादशाहां दे बराबर है। ये एक तरफ एक ढंग नाल ना इस समय की बादशाही भोगन वालियां नूं सीधा चैलेंज सी भी तुसीं कहते हो दस्तार ते हक तुहाडा है, ये दस्तार हर एक बंदा अपने सिर ते बन सकता है। इस करके बाबा जी ने शब्द वरते पग, क्योंकि दस्तार जिहड़ी है वो बड़ी साडे समाज दे विच उच्चा रुतबा रखण वाली सी। शब्द इस करके पग वरते, नहीं तो बाबा जी कपड़ा भी कोई तन का कह सकते थे। पर देखो शरीर तो ऊपर हिस्से के अंदर इस दस्तार की पग की गल की है। इतों तक भाई साहब भाई गुरदास जी ने तो एक बिरतांत भी बड़ा प्यारा सिरजिया है। वो कहते हैं कोई सज्जन अत की गर्मी के खेतों में काम करता सी, काम करता करता मन किया उन्हें खूह के उपर इशनान किया। इशनान किया, केसी केस धोते हरे किते, केस धोन तो बाद वो जिहड़ी पग उन्हें अपने सिर ते बन्नी सी उन्होंने चेता ही भुल गया भी मैं पग भी सिर ते बन्नी सी।
वो नंगे सिर अपने घर आ गया। हुण जो नंगे सिर घर आया तो घर दियां औरतां ने अपने घर के वड्डे बजुर्ग नूं पग दे नंगे सिरों घर आते देखिया, उन्होंने उच्ची उच्ची रोना शुरू कर दिता। जो उन्होंने उच्ची उच्ची रोना शुरू किया, जिहड़ा घर का वड्डा बजुर्ग खेतों विचों आया सी, उन्हें आख्या खबरे किहड़ी गल हो गई है, घर दियां औरतां रोंदियां पईयां ने। वो भी उन्हां औरतां दे नाल एक पासे बह के रोना शुरू कर दिंदे। इन्ने नूं आंढी गुआंढी आ जाते हैं, आंढी गुआंढी आके पूछते हैं भी की गल हुई, तो औरतां कहदियां ने गल पता नहीं की हुई है, पर बापू साडा नंगे सिर घर आया है, इसका मतलब है साडी रिश्तेदारी विच किसी की मौत हो गई है। उस बापू ने वो भी घर दियां औरतां वाल देख के ते उन्हें भी रोना पिटना शुरू कर दिता। इन्हें ਜਿਹੜੀਆਂ ਘਰਾਂ ਦੇ ਵਿੱਚ खास करके नैना ਹੁੰਦੀਆਂ सन। देखो घरां ਦੇ ਵਿੱਚ नगरां ਦੇ अंदर जिन्हां दा काम ਹੁੰਦਾ ਸੀ ਕਿਸੇ ਦੀ मौत ते आके पिट सियापा करना। एक गुरु साहब ने कृपा की, धन गुरु अमरदास साहब जी ने तीजे जामे विच आके सिखां नूं इस गल नूं कहा भी मरण तो बाद किसी ने पिट सियापा नहीं करना। ये बाद विच रहत मर्यादा के अंदर बकायदा शब्द लिखे गए। जिस वेले हुण वो नैना आईयां, उन्होंने आके औरतां नूं पुछया भी की गल, किंदे नाम दे सियापे करिए, कौन मरिया तुहाडे घर विच? क्योंकि जिहड़ा मरिया उहदा नाम लैके पिटिया जांदा सी, सियापा कीता जांदा सी। हुण जदों ना पुछया तो कहंदे पता नहीं मरिया कौन है, बापू नूं पुछो जाके। बापू नंगे सिर आया। उन्होंने बापू नूं जाके पुछया तो बापू कहंदा भी मैनूं ते पता कोई नहीं, मैं ते खेतां चों आया सां ते मेरे आंदियां नूं आ रोड़ियां पईयां सन, इन्हां नूं पुछो। ते जदों औरतां नूं फिर दोबारा पुछया, कहण लगे बापू नंगे सिर तूं आया, सानूं की पुछना? इहदा मतलब है पग जिहड़ी है इहदा सिर ते ना होना, कपड़े का सिर ते ना होना, इहदा मतलब सी किसी की मौत हो जाना। अज देखो तीवियां औरतां बीबियां घर विच काम करदियां ने, साडे सिरां ते किसी ते तुसीं देख लो गुरुद्वारे आईयां, मजबूरी होंदी है भी अंदर नंगे सिर हुण जा नहीं सकदियां, सिर ते कपड़ा रखिया ते जिवें बाहर गईयां फिर कपड़ा पिछे। इहदा मतलब कपड़े का बड़ी वड्डी महान ये देखो, इहनूं इह ना समझो भी कोई रूढ़ीवादी गल्लां ने। ये चीज़ां साडे समाज विच बड़ा डूंगा असर रखदियां ने। जे इन्हां नूं मन के तुरांगे ते साडा सभ्य समाज बनदा है, जे इन्हां नूं विसार दिओगे ते ध्यान देना इसे समाज की दुहाई फिर असीं लोग देने भी की हो रहा साडे समाज विच। ये दुहाई देने वाले भी असीं ते ना समझण वाले भी असीं। पर सच है कि इस कपड़े ते सिर ते होना बड़ी वड्डी एक फख्र की गल हुंदी सी, मान की गल हुंदी सी। खास करके औरत के सिर का कपड़ा उनके पति की सलामती का प्रतीक हुंदा सी। धन गुरु ग्रंथ साहब जी ने जिहड़ा शब्द वरत्या उस शब्द वाल आइए। बाबा जी कहते हैं इस कमली रूह नूं पता ही कोई नहीं भी इस मिट्टी ने एक दिन सिर भी खा जाना है। ये कमली नूं कपड़े ते पग ते लगी हुई मिट्टी नूं रोई जाती है। इहदा मतलब है बाबा जी कहते हैं संसार के अंदर किसी चीज़ की होमे ना कर। इस चीज़ को समझण के लिए बाबा कबीर साहब जी के 4 श्लोक बड़े प्यारे हैं। वो चारे श्लोक बाबा जी के इकट्ठे ने। उन्हां विच बाबा कबीर साहब जी ने जिक्र किया है, कहते हैं कबीर गर्व ना कीजिए चाम लपेटे हाड़। बाबा कबीर साहब कहते हैं अहंकार ना कर। आ जिहड़ी तेरी चमड़ी, चाम का मतलब है चमड़ी, लपेटे का मतलब है लपेटिया जाना, हाड़ का मतलब है हड्डियां। ये परमात्मा ने कृपा की है हड्डियां के ढांचे ते आ जिहड़ी चमड़ी है इहनूं लेप दिता है। ध्यान देना बचन किन्ने प्यारे ने। बाबा जी कहते हैं अहंकार ना कर, ये शरीर हड्डियां का ढांचा है, परमात्मा का शुक्र कर। उस रब जी ने कृपा की है तेरिया हड्डियां ते सोना मास एक लेप के तेनू इंसान बना देता है। बाबा कबीर साहब कहते हैं कबीर गर्व ना कीजिए चाम लपेटे हाड़। फिर अगला बिरतांत तो कहते हैं हैवर ऊपर छत्र धर। हैवर कहते हैं घोड़े नूं ऊपर ना पावे, घोड़िया के ऊपर जेड़े सवारियां करते। घोड़ा किसी आम बंदे की सवारी नहीं सी हुंदा जी। जो बाबा कबीर साहब जी गल कर रहे हैं ना 13वीं सदी 14वीं सदी के अंदर
ਘੋੜਾ ਆਮ ਬੰਦੇ ਦੀ ਸਵਾਰੀ ਨਹੀਂ ਸੀ ਹੁੰਦਾ, ਘੋੜਾ ਬਾਦਸ਼ਾਹਾਂ ਦੀ ਸਵਾਰੀ ਹੁੰਦਾ ਸੀ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਹੈਵਰ ਉੱਪਰ, ਘੋੜਿਆਂ ਦੇ ਉੱਪਰ ਬੈਠ ਕੇ ਸਵਾਰੀ ਕਰਨ ਵਾਲਿਆ, ਹੈਵਰ ਉੱਪਰ ਛਤਰ ਧਰ, ਜਿੰਦੇ ਸਿਰ ਤੇ ਛਤਰ ਝੁਲਦੇ ਹੋਣ। ਤੇ ਛਤਰ ਕਿਹਦੇ ਸਿਰ ਤੇ ਝੁਲਦੇ ਨੇ? ਬਾਦਸ਼ਾਹਾਂ ਦੇ ਸਿਰ ਤੇ। ਪਾਤਸ਼ਾਹ ਜੀ ਕਹਿੰਦੇ ਨੇ ਹੈਵਰ ਉੱਪਰ ਛਤਰ ਧਰ ਤੇ ਪੁੰਨ ਧਰਨੀ ਗਾੜ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਐਵੇਂ ਹੰਕਾਰ ਨਾ ਕਰੀ ਜਾ ਚਮੜੀ ਦਾ, ਪਰਮਾਤਮਾ ਨੇ ਕਿਰਪਾ ਕੀਤੀ ਹੱਡੀਆਂ ਤੇ ਚਮੜੀ ਦਾ ਲੇਪ ਲਾ ਦਿੱਤਾ ਏ। ਵੇਖ ਵੱਡੇ ਵੱਡੇ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ, ਜਿਹੜੇ ਘੋੜਿਆਂ ਤੇ ਸਫ਼ਰ ਕਰਦੇ ਸਨ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹ ਵੀ ਇਸ ਧਰਤੀ ਦੇ ਆਗੋਸ਼ ਵਿੱਚ ਸਮਾ ਗਏ ਕਿ ਤੂੰ ਕਾਹਦਾ ਹੰਕਾਰ ਕਰਦਾ ਪਿਆ। ਅਸਲ ਵਿੱਚ ਬਾਬਾ ਜੀ ਨੇ ਚੇਤਨ ਕਰਾਇਆ, ਕਿਉਂਕਿ ਬੰਦਾ ਮਾਣ ਕਰਦਾ। ਦੇਖੋ ਜੀ, ਧਨ ਦਾ ਹੀ ਮਾਣ ਨਹੀਂ ਹੁੰਦਾ, ਹਰ ਚੀਜ਼ ਬੰਦਾ ਜਿਹੜੀ ਉਹਨੂੰ ਸਮਾਜ ਵਿੱਚੋਂ ਦੂਜਿਆਂ ਨਾਲੋਂ ਵੱਖ ਜਾਵੇ। ਹੁਣ ਜਿਹਦੀ ਚਮੜੀ ਕਾਲੀ ਹੈ ਜੀ, ਉਹਨੇ ਕਾਹਦਾ ਮਾਣ ਕਰਨਾ? ਉਹ ਤੇ ਗਿਲਾ ਕਰਦਾ ਨਾ ਰੱਬ ਨੂੰ, ਕਿਉਂਕਿ ਅਸੀਂ ਚਮੜੀ ਦੇ ਪਰਪੇਖ ਵਿੱਚ ਬੰਦੇ ਨੂੰ ਵੇਖਦੇ ਹਾਂ। ਅਸੀਂ ਵੇਖਦੇ ਹਾਂ ਬੰਦਾ ਬਾਹਰੋਂ ਬੰਦੇ ਦੀ ਦਿੱਖ ਕੈਸੀ। ਅਸ਼ਟਾਵਕਰ, ਇਹਦਾ ਜ਼ਿਕਰ ਆਪ ਜੀ ਨੇ ਬੜਿਆਂ ਨੇ ਪੜ੍ਹਿਆ ਹੋਣਾ। ਰਾਜੇ ਨੇ ਸੁੱਤਾ ਪਿਆ ਸੀ, ਜਿਵੇਂ ਬਾਬਾ ਫਰੀਦ ਰਵਿਦਾਸ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ, ਭਿਖਾਰੀ ਅਸ਼ਤ ਰਾਜ ਵਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਨੇ ਵੀ ਜਿਹੜਾ ਰਾਜਾ ਹਰਿਸ਼ਚੰਦਰ ਸੀ, ਇਹ ਸੋ ਗਿਆ ਸਿੰਘਾਸਨ ਦੇ ਤੇ ਸੁਪਨੇ ਵਿੱਚ ਵੇਖਦਾ ਹੈ ਕਿ ਰਾਤ ਨੂੰ ਜਦੋਂ ਸੁਪਨਾ ਆਇਆ ਤੇ ਮੇਰਾ ਰਾਜ ਭਾਗ ਮੇਰੇ ਕੋਲ ਖੁੱਸ ਗਿਆ। ਇਹ ਸੁਪਨੇ ਦੇ ਵਿੱਚ ਮੰਗਤਾ ਬਣ ਗਿਆ, ਭਿਖਾਰੀ ਬਣ ਗਿਆ। ਜਦੋਂ ਅੱਖਾਂ ਖੁੱਲੀਆਂ, ਪੂਰਾ ਪਿੰਡਾ ਤਰੇਲੋ ਤਰੇਲ ਪਸੀਨੇ ਨਾਲ ਭਿੱਜਿਆ ਪਿਆ ਹੈ ਤੇ ਮਨ ਵਿੱਚ ਸੋਚਦਾ ਬਣਾ ਮੈਂ ਸੱਚ ਕਿਹਨੂੰ ਮੰਨਾਂ ਵੀ ਅੱਜ ਉਹ ਵੇਖ ਰਿਹਾ ਇਹ ਸੱਚ ਹੈ ਕਿ ਜਿਹੜਾ ਮੈਂ ਰਾਤ ਸੁਪਨੇ ਵਿੱਚ ਵੇਖਿਆ ਉਹ ਸੱਚ ਹੈ। ਅਸਲ ਸੱਚ ਕੀ ਹੈ? ਇਹਨੇ ਆਪਣੀ ਸਭਾ ਬੁਲਾ ਲਈ, ਜਿੰਨੇ ਵੱਡੇ ਵੱਡੇ ਦਾਨੀ ਸਾਨੀ ਸੱਜਣ ਸਨ, ਸਿਆਣੇ ਸੱਜਣ ਸਨ, ਸਾਰੇ ਬੁਲਾ ਲਏ। ਵੱਡੇ ਵੱਡੇ ਅਹਿਲਕਾਰ ਸਾਰਿਆਂ ਦੇ ਸਾਹਮਣੇ ਇੱਕ ਸਵਾਲ ਰੱਖ ਦਿੱਤਾ, ਸੱਚ ਇਹ ਕਿ ਸੱਚ ਉਹ। ਹੁਣ ਬੜਾ ਰਮਜ ਵਾਲਾ ਸਵਾਲ ਸੀ, ਬੰਦਾ ਉਹੀ ਜਵਾਬ ਦੇ ਸਕਦਾ ਜਿਹੜਾ ਇਸ ਰਮਜ ਨੂੰ ਸਮਝੇਗਾ। ਹੁਣ ਸਾਰੇ ਹਾਰ ਗਏ, ਕਿਸੇ ਕੋਲ ਇਸ ਗੱਲ ਦਾ ਜਵਾਬ ਨਾ। ਇਹਨੇ ਢੰਡੋਰਾ ਪਿਟਵਾ ਦਿੱਤਾ ਨਗਰ ਵਿੱਚ, ਬਾਹਰ ਲੁਕਾਈ ਵਿੱਚ, ਵੀ ਕੋਈ ਮੇਰੀ ਗੱਲ ਦਾ ਜਵਾਬ ਦੇ, ਜੋ ਮੰਗੇਗਾ ਉਹਨੂੰ ਦਿਆਂਗਾ। ਕਿਸੇ ਕੋਲ ਜਵਾਬ ਨਹੀਂ ਸੀ। ਕਹਿੰਦੇ ਅਸ਼ਟਾਵਕਰ ਦਾ ਨਾ ਪਿਤਾ, ਇਹ ਰਾਜੇ ਦੇ ਦਰਬਾਰ ਵਿੱਚ ਕੰਮ ਕਰਦਾ ਸੀ, ਮੰਤਰੀ ਸੀ। ਇਹ ਆਪਣੇ ਪਿਤਾ ਨੂੰ ਮਿਲਣ ਗਿਆ। ਇਹ ਜਦੋਂ ਟੁਰਦਾ ਸੀ, ਇਹਦਾ ਸਰੀਰ 8 ਜਗ੍ਹਾ ਤੋਂ ਮੁੜਦਾ ਸੀ, ਇਸ ਕਰਕੇ ਅਸ਼ਟਾਵਕਰ ਆਖਿਆ ਜਾਂਦਾ ਹੈ। ਜਿਵੇਂ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰੇ ਸਰੀਰ ਵਿੱਚ 8 ਵਾਲ ਪੈਂਦੇ ਸਨ। ਧਿਆਨ ਦੇਣਾ, ਇੱਕ ਸਿੱਧਾ ਸਾਦਾ ਬੰਦਾ ਤੇ ਇੱਕ ਬੰਦਾ ਜਿਹਦੇ ਸਰੀਰ ਨੂੰ 8 ਵਾਲ ਪੈਂਦੇ ਹੋਣ, ਸੁਭਾਵਿਕ ਇੱਕ ਆਮ ਬੰਦਾ ਵੇਖ ਕੇ ਤੇ ਪਹਿਲੀ ਨਜ਼ਰੇ ਤੇ ਹੱਸੇਗਾ ਹੀ ਨਾ ਵੀ ਕਿਵੇਂ ਦਾ ਇਨਸਾਨ ਰੱਬ ਨੇ ਪੈਦਾ ਕੀਤਾ, ਵੀ ਤੁਰਦਾ ਵੀ ਤੇ 8 ਵਾਲ ਪੈਂਦੇ ਨੇ। ਹੁਣ ਇਹ ਗਿਆ ਦਰਬਾਰ ਵਿੱਚ, ਤੇ ਰਾਜੇ ਦੇ ਦਰਬਾਰ ਵਿੱਚ ਜਾਂਦਿਆਂ ਸਾਰੇ ਦਰਬਾਰੀ ਹੱਸਣ ਲੱਗ ਪਏ, ਕਿਉਂਕਿ ਉਹਨਾਂ ਨਵੀਂ ਚੀਜ਼ ਵੇਖੀ, ਅਜੂਬਾ ਵੇਖਿਆ ਪਰਮਾਤਮਾ ਦਾ ਇੱਕ। ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ, ਹੱਸ ਪਏ ਸਾਰੇ। ਜਦੋਂ ਸਾਰੇ ਹੱਸੇ ਤੇ ਰਾਜਾ ਕਹਿੰਦਾ ਵੀ ਤੂੰ ਕਹਿ ਲਗੇ ਤੇਰੇ ਪਿਤਾ ਜੀ ਮੰਤਰੀ ਨੇ ਮੈਂ ਮਿਲਣ ਆਇਆ। ਤੇ ਨਾਲੇ ਦੇ ਰਾਜੇ ਨੂੰ ਕਿਹਾ ਵੀ ਰਾਜਨ ਤੁਹਾਡੇ ਸਵਾਲ ਦਾ ਜਵਾਬ ਮੈਂ ਦੇਵਾਂਗਾ। ਰਾਜਾ ਕਹਿੰਦਾ ਕਮਾਲ ਦੀ ਗੱਲ ਹੈ ਵੀ ਵੱਡੇ ਵੱਡੇ ਸਿਆਣੇ ਪੁਰਖ ਬੈਠੇ ਨੇ ਇੱਥੇ, ਜਿਨ੍ਹਾਂ ਪਤਾ ਨਹੀਂ ਕਿੰਨਾ ਪੜ੍ਹਿਆ ਹੈ, ਉਹਨਾਂ ਨੂੰ ਮੇਰੀ ਗੱਲ ਦਾ ਜਵਾਬ ਨਹੀਂ ਆਇਆ, ਤੂੰ ਜਵਾਬ ਦੇਗਾ। ਉਹ ਕਹਿਣ ਲੱਗਾ ਹਾਂ। ਜਦੋਂ ਇੰਨੀ ਗੱਲ ਆਖੀ, ਮੰਤਰੀ ਬੈਠੇ ਹੋਰ ਹੱਸੇ ਵੀ ਇੱਕ ਤੇ ਹੈ 8 ਵਾਲ ਖਾਣ ਵਾਲਾ ਬੰਦਾ ਅਸ਼ਟਾਵਕਰ, ਦੂਜਾ ਗੱਲਾਂ ਕਿਹਦੀਆਂ ਕਰਦਾ, ਇਹ ਜਵਾਬ ਦੇਗਾ। ਸਾਰੇ ਖਿੜਖੜਾ ਕੇ ਹੱਸੇ ਤੇ ਅਸ਼ਟਾਵਕਰ ਨੇ ਆਖਿਆ ਰਾਜਨ ਆ ਤੇਰੇ ਦਰਬਾਰ ਵਿੱਚ ਕੋਈ ਸਿਆਣਾ ਬੰਦਾ ਨਹੀਂ, ਆ ਜਿੰਨੇ ਤੇਰੇ ਦਰਬਾਰ ਵਿੱਚ ਬੈਠੇ ਨੇ ਸਾਰੇ ਚਮਾਰ ਬੈਠੇ ਨੇ। ਹੁਣ ਚਮਾਰ ਨੀਵੀਂ ਜਾਤ ਦਾ ਸ਼ਬਦ ਸੀ। ਇਹ ਤੁਸੀਂ ਅੱਜ ਵੀ ਕਿਸੇ ਬੰਦੇ ਨੂੰ ਕਹਿ ਦਿਓ ਕਿ ਉਹਨੂੰ ਇੰਝ ਲੱਗਦਾ ਕਿ ਜਿਵੇਂ ਮੈਨੂੰ ਗਾਲ ਦੇ ਰਹੇ, ਪਰ ਵੈਸੇ ਸਾਹਿਬ ਨੇ ਬੜਾ ਪਿਆਰਾ ਸ਼ਬਦ ਆਖਿਆ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬਲਿਹਾਰੀ ਇਸ ਜਾਤ ਕੋ ਜੇ ਜਪਿਆ ਸਿਰਜਣਹਾਰ। ਬਾਬਾ ਜੀ ਕਹਿੰਦੇ ਨੇ ਮੈਨੂੰ ਲੋਕ ਜੁਲਾਹਾ ਕਹਿੰਦੇ ਨੇ, ਕਹਿਣ ਲੱਗੇ ਮੈਂ ਕੁਰਬਾਨ ਜਾਣਾ ਇਸ ਜਾਤ ਤੋਂ ਜਿਸ ਜਾਤ ਵਿੱਚ ਰਹਿ ਕੇ ਮੈਂ ਰੱਬ ਨਾਲ ਮਿਲ ਗਈ। ਉਹਨਾਂ ਨੇ ਜਾਤ ਦਾ ਅਹੰਕਾਰ ਵੀ ਲੋਕਾਂ ਦਾ ਤੋੜਿਆ। ਹੁਣ ਜਦੋਂ ਇਹਨੇ ਇੰਨੀ ਗੱਲ ਆਖੀ, ਸਾਰੇ ਦਰਬਾਰ ਵਿੱਚ ਚੁੱਪ ਛਾ ਗਈ। ਭਰੇ ਦਰਬਾਰ ਵਿੱਚ
ਅਹਿਲਕਾਰ ਰਾਜੇ ਨੂੰ ਖੜੇ ਹੋ ਕੇ ਕਹਿੰਦੇ ਇਹਨੇ ਗੁਸਤਾਖੀ ਕੀਤੀ, ਸਾਨੂੰ ਇਹ ਚਮਾਰ ਕਹਿੰਦਾ ਹੈ। ਤੇ ਅਸ਼ਟਾਵਕਰ ਨੇ ਆਖਿਆ ਜਿਹੜੇ ਚੰਗ ਵੇਖ ਕੇ ਗੱਲ ਕਰਨ ਉਹਨਾਂ ਨੂੰ ਚਮਾਰ ਨਾ ਆਖੀਏ ਤੇ ਕੀ ਆਖੀਏ। ਪਰ ਇਹਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿਣ ਲੱਗੇ ਰਾਜਨ ਹਕੀਕਤ ਇਹ ਹੈ, ਨਾ ਸੱਚ ਇਹ ਹੈ ਤੇ ਨਾ ਸੱਚ ਉਹ ਹੈ। ਧਿਆਨ ਦੇਣਾ ਵੀ ਜੋ ਸੁਪਨੇ ਵਿੱਚ ਵੇਖਿਆ ਉਹ ਵੀ ਸੱਚ ਨਹੀਂ, ਕਿਉਂਕਿ ਸੁਪਨਾ ਟੁੱਟਾ ਤੇ ਖਤਮ ਹੋ ਗਿਆ। ਤੇ ਜੋ ਕੁਝ ਤੂੰ ਦ੍ਰਿਸ਼ਟਮਾਨ ਅੱਖਾਂ ਨਾਲ ਦੇਖ ਰਿਹਾ ਇਹ ਵੀ ਸੱਚ ਨਹੀਂ, ਇਹ ਵੀ ਸਭ ਕੁਝ ਖਤਮ ਹੋਣ ਵਾਲਾ ਹੈ। ਤਾਂ ਹੀ ਸਤਿਗੁਰ ਨੇ ਬਾਣੀ ਵਿੱਚ ਆਖਿਆ ਦ੍ਰਿਸ਼ਟਮਾਨ ਹੈ ਸਗਲ ਮਿਥਿਆ। ਜੋ ਕੁਝ ਦ੍ਰਿਸ਼ਟਮਾਨ ਹੈ ਸਭ ਕਹਿੰਦੇ ਨੇ ਸਭ ਮਿਥਿਆ ਹੈ, ਸਭ ਝੂਠ ਹੈ। ਇਹਦੀ ਗੱਲ ਸੁਣ ਕੇ ਰਾਜੇ ਨੇ ਇਹਦੇ ਚਰਨਾਂ ਵਿੱਚ ਨਮਸਕਾਰ ਕੀਤੀ। ਮੇਰੇ ਸਤਿਗੁਰ ਜੀ ਨੇ ਜਿਹੜੇ ਬਚਨ ਕੇ ਮੈਂ ਫਿਰ ਸ਼ਬਦਾਂ ਵੱਲ ਵਰਤਾਂ। ਬਾਬਾ ਜੀ ਕਹਿੰਦੇ ਨੇ ਹੰਕਾਰ ਨਾ ਕਰ ਕਬੀਰ ਗਰਬ ਨਾ ਕੀਜੀਏ, ਚਾਂਦ ਲੱਭੇ ਤੇ ਹਾੜ ਹੈ ਵਰ ਉਪਰ ਛਤਰ ਤਰ ਤੇ ਹੁਣ ਧਰਨੀ ਗਾੜ। ਫਿਰ ਉਹਨਾਂ ਨੇ ਦੂਜਾ ਸ਼ਬਦ ਵਰਤਿਆ, ਕਹਿੰਦੇ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ। ਆ ਜਿਹੜੀ ਦੇਹ ਤੂੰ ਵੇਖਣੇ ਬੜੀ ਸੋਹਣੀ ਹੈ, ਇਸ ਦੇਹ ਨੂੰ ਦੇਖ ਕੇ ਐਵੇਂ ਹੰਕਾਰ ਨਾ ਕਰ। ਆਜ ਕਾਲ ਤਜ ਜਾਓਗੇ, ਸਮਾਂ ਸਿਰਫ ਇਹਨਾਂ ਨੂੰ ਕੋਈ ਅੱਜ ਛੱਡ ਕੇ ਜਾ ਰਿਹਾ, ਕਿਸੇ ਨੇ ਕੱਲ ਛੱਡ ਕੇ ਜਾਣਾ। ਆਜ ਕਾਲ ਤਜ ਜਾਓਗੇ ਜਿਉਂ ਕਾਚੁਰੀ ਭੁਯੰਗ। ਜਿਵੇਂ ਇੱਕ ਸੱਪ ਆਪਣੀ ਕੁੰਝ ਛੱਡ ਦਿੰਦਾ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੰਕਾਰ ਨਾ ਕਰ ਸਰੀਰ ਦਾ, ਜਿਵੇਂ ਸੱਪ ਕੁੰਝ ਛੱਡਦਾ ਇਸ ਤਰ੍ਹਾਂ ਤੂੰ ਸਰੀਰ ਛੱਡ ਜਾਣਾ। ਫਿਰ ਉਹਨਾਂ ਨੇ ਤੀਜਾ ਸ਼ਬਦ ਵੇਖੋ, ਸਾਰੇ ਸ਼ਬਦ ਬਾਬਾ ਜੀ ਨੇ ਬਾਹਰ ਮੁਖੀ ਲੁਕਾਈ ਨੂੰ ਕਹੇ, ਪਰ ਕਈ ਇਸ ਕਰਕੇ ਵੀ ਜਿਹੜੇ ਬੰਦੇ ਹੰਕਾਰ ਕਰਦੇ ਸਨ ਉਹਨਾਂ ਦੇ ਹੰਕਾਰ ਨੂੰ ਤੋੜ ਲਏ। ਫਿਰ ਕਹਿੰਦੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਆਜ ਕਾਲ ਤਜ ਜਾਓਗੇ ਉਪਰ ਜਾਮੈ ਘਾਸ। ਕਹਿੰਦੇ ਨੇ ਅੱਜ ਜਾਂ ਕੱਲ ਇਹ ਸੋਹਣਾ ਮਹਿਲ ਛੱਡ ਜਾਣਾ ਹੈ ਤੇ ਜਿੱਥੇ ਰਹਿਣਾ ਉਸ ਥਾਂ ਤੇ ਘਾਹ ਜੰਮ ਜਾਣਾ, ਜਿਹਨੂੰ ਮਹਿਲ ਕਹਿੰਦੇ ਕੱਲ ਨੂੰ ਨਾ ਖੰਡਰਾਤ ਬਣ ਜਾਣਾ। ਹੁਣ ਸਤਿਗੁਰੂ ਜੀ ਨੇ ਸ਼ਬਦ ਵਰਤੇ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ। ਮੈਨੂੰ ਇਸ ਗੱਲ ਦਾ ਭੁਲੇਖਾ ਸੀ ਕਿ ਮੇਰੀ ਪੱਗ ਮੈਲੀ ਹੋ ਗਈ, ਸਿਰ ਦੀ ਦਸਤਾਰ ਮੈਲੀ ਹੋ ਗਈ, ਮੇਰਾ ਬੜਾ ਵੱਡਾ ਗੁਨਾਹ ਹੋ ਗਿਆ ਹੈ। ਮੇਰੇ ਸਤਿਗੁਰ ਕਹਿੰਦੇ ਨੇ ਗਹਿਰਾ ਰੂਹ ਨਾ ਜਾਣੀ, ਸਿਰ ਦੀ ਮਿੱਟੀ ਖਾਏ ਹੰਕਾਰ ਨਾ ਕਰ। ਇਹ ਜਿਹੜੀ ਰੂਹ ਹੈ ਬਾਬਾ ਜੀ ਕਹਿੰਦੇ ਨੇ ਕਮਲੀ ਰੂਹ, ਮਾਣ ਨਾ ਕਰ ਹੰਕਾਰ ਨਾ ਕਰ। ਇਸ ਸਰੀਰ ਤੇ ਇਸ ਸਿਰ ਨੂੰ ਮਿੱਟੀ ਨੇ ਇੱਕ ਦਿਨ ਖਾ ਜਾਣਾ ਹੈ, ਤੈਨੂੰ ਪੱਗ ਦੀ ਚਿੰਤਾ ਲੱਗੀ ਹੋਈ ਹੈ। ਹਕੀਕਤ ਇਹ ਸੰਸਾਰ ਇੱਕ ਮੁਸਾਫਰਖਾਨਾ ਹੈ। ਇੱਥੇ ਆਏ ਹਰ ਬੰਦੇ ਨੂੰ ਜਿਤਨੀ ਗੱਲ ਸਮਝ ਵਿੱਚ ਆ ਜਾਂਦੀ ਹੈ ਫਿਰ ਉਹ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦਾ। ਵੈਸੇ ਮੇਰੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਨੇ, ਪਾਤਸ਼ਾਹ ਕਹਿੰਦੇ ਨੇ ਜਿਹੜੇ ਬੰਦੇ ਨੇ ਹੰਕਾਰ ਕੀਤਾ ਨਾ, ਮਾਇਆ ਧਾਰੀ ਅੱਧ ਅੰਨਾ ਬੋਲਾ। ਸਭ ਕਹਿੰਦੇ ਨੇ ਉਹ ਕੰਨਾਂ ਤੋਂ ਸੁਣਨ ਤੋਂ ਰਹਿ ਜਾਂਦਾ ਹੈ ਤੇ ਜ਼ੁਬਾਨ ਤੋਂ ਬੋਲਣ ਤੋਂ ਰਹਿ ਜਾਂਦਾ ਹੈ। ਉਹ ਅੰਨਾ ਤੇ ਬੋਲਾ ਹੋ ਜਾਂਦਾ ਹੈ, ਅੱਖਾਂ ਦੀ ਦ੍ਰਿਸ਼ ਖਤਮ ਹੋ ਜਾਂਦੀ ਹੈ, ਕਿਉਂਕਿ ਉਹਨੂੰ ਆਪਣਾ ਹੀ ਆਪਾ ਹੀ ਸੰਸਾਰ ਵਿੱਚ ਨਜ਼ਰ ਆਉਂਦਾ ਹੈ। ਇੱਕ ਮਾਇਆ ਧਾਰੀ ਬੰਦਾ ਉਹ ਹਰ ਇੱਕ ਥਾਂ ਤੇ ਸਿਰਫ ਆਪਣਾ ਆਪਾ ਵੇਖਣਾ ਚਾਹੁੰਦਾ ਹੈ, ਉਹ ਕਿਸੇ ਗਰੀਬ ਬੰਦੇ ਨੂੰ ਨਹੀਂ ਵੇਖਦਾ। ਤੇ ਸੱਚ ਇਹ ਹੈ ਵੀ ਉਹ ਸੁਣਨਾ ਵੀ ਆਪਣੀ ਵਡਿਆਈ ਚਾਹੁੰਦਾ ਹੈ, ਉਹ ਕਿਸੇ ਦੂਜੇ ਦੀ ਸੁਣਨਾ ਵੀ ਨਹੀਂ ਚਾਹੁੰਦਾ। ਬਹੁਤ ਪਿਆਰਾ ਸ਼ਬਦ ਮੈਂ ਕਹਿ ਕੇ ਸਮਾਪਤੀ ਕਰਨੀ। ਕੋਈ ਜੱਗ ਫਕੀਰ ਕਿਸੇ ਬਾਦਸ਼ਾਹ ਦੇ ਦਰਬਾਰ ਦੇ ਬਾਹਰ ਖੜਾ ਹੈ ਤੇ ਅਹਿਲਕਾਰ ਨੂੰ ਆ ਕੇ ਕਹਿੰਦਾ ਵੀ ਮੈਂ ਇਸ ਥਾਂ ਦੇ ਉੱਪਰ ਜਿਹੜੀ ਇਹ ਥਾਂ ਹੈ ਧਰਮਸ਼ਾਲ ਹੈ, ਮੈਂ ਇਸ ਧਰਮਸ਼ਾਲ ਦੇ ਅੰਦਰ ਰਾਤ ਗੁਜ਼ਾਰਨੀ ਹੈ। ਅੱਗੋਂ ਜਿਹੜਾ ਬਾਹਰ ਦਰਬਾਨ ਖੜਾ ਸੀ, ਅਹਿਲਕਾਰ ਖੜਾ ਸੀ, ਉਹ ਕਹਿੰਦਾ ਨਹੀਂ ਤੈਨੂੰ ਭੁਲੇਖਾ ਲੱਗ ਗਿਆ, ਇਹ ਕੋਈ ਧਰਮਸ਼ਾਲ ਨਹੀਂ, ਇਹ ਬਾਦਸ਼ਾਹ ਦਾ ਮਹਿਲ ਹੈ। ਉਹਨੇ ਜਦੋਂ ਇੰਨੀ ਗੱਲ ਸੁਣੀ ਉਹ ਕਹਿਣ ਲੱਗਾ ਨਹੀਂ ਇਹ ਧਰਮਸ਼ਾਲ ਹੈ। ਅਹਿਲਕਾਰ ਫਿਰ ਡਾਂਟ ਕੇ ਕਹਿੰਦਾ ਤੈਨੂੰ ਭੁਲੇਖਾ ਹੈ, ਧਰਮਸ਼ਾਲ ਜਾਣਾ ਹੈ ਤੇ ਤੈਨੂੰ ਧਰਮਸ਼ਾਲ ਤੱਕ ਛੱਡ ਆਣਿਆ, ਧਰਮਸ਼ਾਲ ਵਿੱਚ ਜਾ ਕੇ ਰਾਤ ਗੁਜ਼ਾਰ। ਉਹ ਅੱਗੋਂ ਫਕੀਰ ਕਹਿੰਦਾ ਨਹੀਂ ਇਹੀ ਧਰਮਸ਼ਾਲ ਹੈ, ਮੈਂ ਇਸੇ ਧਰਮਸ਼ਾਲ ਵਿੱਚ ਰਾਤ ਗੁਜ਼ਾਰਨੀ ਹੈ। ਰਾਜਾ ਕੋਲ ਲੰਘਦਾ ਪਿਆ ਸੀ ਬਾਦਸ਼ਾਹ, ਉਹਨੇ ਜਦੋਂ ਗੁਫ਼ਤਗੂ ਸੁਣੀ ਆਪਸ ਵਿੱਚ ਤੇ ਉਹਨੇ ਪੁੱਛ ਲਿਆ ਅਹਿਲਕਾਰ ਨੂੰ ਵੀ ਕੀ ਗੱਲ ਹੈ। ਦਰਬਾਨ ਨੂੰ ਪੁੱਛਿਆ, ਦਰਬਾਨ ਕਹਿੰਦਾ ਜੀ ਆ ਫਕੀਰ ਆਇਆ ਹੈ, ਇਹ ਕਹਿੰਦਾ ਮੈਂ ਇਸ ਧਰਮਸ਼ਾਲ ਦੇ ਅੰਦਰ ਰਾਤ ਗੁਜ਼ਾਰਨੀ ਹੈ ਤੇ ਮੈਂ ਇਹਨੂੰ ਬੜੀ ਦੇਰ ਦਾ ਸਮਝਾ ਰਿਹਾ ਵੀ ਇਹ ਧਰਮਸ਼ਾਲ ਨਹੀਂ, ਇਹ ਰਾਜੇ ਦਾ ਮਹਿਲ ਹੈ, ਇਹ ਬਾਦਸ਼ਾਹ ਦਾ ਮਹਿਲ ਹੈ, ਇਹ ਧਰਮਸ਼ਾਲ ਨਹੀਂ। ਕਹਿਣ ਲੱਗਾ ਇੰਨਾ ਸਮਝਾਇਆ ਨਹੀਂ ਮੰਨਦਾ, ਵਾਰ-ਵਾਰ ਕਹਿੰਦਾ ਮੈਂ ਇਸ ਧਰਮਸ਼ਾਲ ਵਿੱਚ ਰਾਤ ਗੁਜ਼ਾਰਨੀ ਹੈ। ਬਾਦਸ਼ਾਹ ਬੜੀ ਅਧੀਨਗੀ ਵਿੱਚ ਕਹਿੰਦਾ ਫਕੀਰ ਜੀ ਤੁਹਾਡੀਆਂ ਰਮਜ਼ਾਂ ਤੁਸੀਂ ਜਾਣਦੇ ਹੋ, ਪਰ ਇਹ ਮੇਰਾ ਮਹਿਲ, ਇਸ ਮਹਿਲ ਅੰਦਰ ਮੈਂ ਨਿਵਾਸ ਕਰਨਾ, ਇਹ ਮੇਰਾ ਘਰ ਹੈ
तुसी धर्मशाल विच जाना है, बेशक एक रात छड्डो, 2 रातां रहो, सेवक ये एहलकार दरबान तुहानूं धर्मशाल विच छड्ड आएगा। पर वो फकीर फिर कहता, कहने लगा नहीं मैं इसे धर्मशाल विच रहना है। राजे ने फिर बादशाह ने आख्या भी ये मेरा महल है। वो कहता तुसी, कहने लगे मैं इस महल का, इस बादशाही को भोगण वाला, इन्हां महलों के अंदर निवास करने वाला रंगां दा राजा बादशाह। कहने लगे तू भी झूठ बोलना है, असल विच मैं कुछ साल पहला आया सा, तेरे वर्गा एक बंदा होर मैनूं मिलिया सी। वो कहंदा सी ये महल मेरे ने, ये माड़ियां मेरियां ने, इन्हां विच मैं निवास करना, मैं बादशाह। ते उस तो कुछ साल पहला भी मैं इत्थे आया, मेरी सारी जिंदगी लंघ गई है। आ मैं तीजी बार इत्थे आया, पर मैं तीजी बार आया, तिन्ने बार आया ते मैनूं चेहरे बदले नजर आए। पहली बार आया बादशाह कोई होर सी, दूजी बार आया कोई होर सी, तीजी बार आया अज तूं है। ते सच विच जिथे आईए ते रहण वालियां दा वसीबा बदल जाए, लोग बदल जान, उन्होंने धर्मशाली आखांगे, उन्होंने महल किवें आख सकदे। बाबा फरीद साहब जी ने इसे करके बाणी विच वचन कहे। वो कहते ने फरीदा जिस आसन हम बैठे किते बैस गया, जिस आसन ते असीं बैठे हैं वेख साडे तो पहला पता नहीं किन्ने बह के इन आसनां ते चले गए ने। पर बाबा फरीद साहब जी कहते ने फरीदा ये जिहड़ी मत है इनू इस गल का भुलेखा लग गया, गहला रू ना जाने सिर की मिट्टी खाए। इनू भुलेखा लग गया, इस तन ते पाए कपड़ियां की मैल झाड़न ते लगा है। एक अदीब ने बड़े प्यारे बोल के कहता आदमी का जिस्म क्या है जिस पे सैदा है जहां, बंदे का जिस्म की सारी दुनिया वाह वाह कर दी जी हाँ मेरा तन मेरा शरीर मेरी वड्याई। वो कहता है आदमी का जिस्म क्या है जिस पे सैदा है जहां, एक मिट्टी की इमारत, एक मिट्टी का मकान, चूना गारा खून इसका, ईंटे इसकी हड्डियां, चंद ख्यालों पर टिका है ये ख्याली आसमां। एक दिन मौत की पुरजोर आंधी जब इससे टकराएगी, ये इमारत टूट कर बिखर जाएगी। ये सिर्फ इतनी देर तक है, जिस दिन मौत की हनेरी आई उस दिन इस इमारत के ढहण चो समा नहीं लगना। तो बाबा फरीद साहब जी कहते हैं मैं भुलावा पगदा मत मैली हो जाए, मजमून दिता है अहंकार का। बंदियां ने बाहर दियां चीज़ों को देख के अहंकार ना करी जा। सच गुरमुखो इस सड़क पर जाते हैं ना, रोड पर जाते हैं, देखो मैं भी तुहाडे विचों तुहाडे तो बाहर नहीं, बंदा बंदे दे नाल खह जाए मारन नूं जांदा है, गड्डियां आपस में टकरा जान तो बड़ी दूर की गल है। बंदा बंदे नाल बांह खह जाए तो अखां कढ़ के वेखदा है इहदी बांह मेरे नाल खह गई। सच विच सतगुर कहंदे ने हंकार ना कर किसी चीज़ का। हाँ इन्नियां चीज़ां जिहड़ियां जिन्हां दा संसार विच टुट भज हुंदा है ते बंदा लड़दा है, ये चीज़ां सवर सकदियां ने, पर ध्यान दिया जे इन्नियां चीज़ां रल के एक बंदे नाल नहीं कुछ सवार सकदियां। सतगुर जी कृपा कर अंदर का ये अहंकार बाबा जी ने सानू समझाने का यत्न किया है भी बाहरी भेख ते बाहरी पहरावा ते बाहरी मंतर उन्होंने वेख के तू अहंकार ना करी जा मेरे को इन्ना कुछ। इस गहरे रूह इस कमली रूह ये भी पता नहीं भी ये जिहड़ा शरीर है जिहड़ा तन है, इस तन को इस सिर को भी एक दिन मिट्टी ने खा जाना। इस सिर से बनी हुई दस्तार की परवाह करता है। सतगुर कृपा कर बाबा फरीद साहब जी ना अमोलक अमृत बचनों को समझन की दात अपने चरणों में बख्श दे। हुई गलतियां आप सरबत संगत सतगुर जी बख्शनी होने बख्श लैनिया जी। बुलाओ फतेह जी। वाहिगुरू जी का खालसा वाहिगुरू जी की फतेह। रामकली महला तीजा आनंद इको ओंकार सतगुर प्रसाद।